बेटा साडी अभ्यास 15.1 ਦਾ ਇਹ 4 ਨੰਬਰ ਸਵਾਲ ਆ। ਇੱਕ ਗ੍ਰਾਫ ਨੀਚੇ ਵਾਲਾ ਬਣਿਆ ਹੋਇਆ ਤਾਂ ਬੇਟਾ ਇਹਦੇ ਬਾਰੇ ਕੀ ਸਾਨੂੰ ਜਾਣਕਾਰੀ ਦਿੱਤੀ ਗਈ ਆ। ਹੇਠਾਂ ਦਿੱਤਾ ਗ੍ਰਾਫ ਕਿਸੇ ਹਫ਼ਤੇ ਦੇ ਹਰੇਕ ਦਿਨ ਦੇ ਲਈ ਪੂਰਵ ਅਨੁਮਾਨਿਤ ਅਤੇ ਅਸਲ ਤਾਪਮਾਨ ਦਰਸਾਉਂਦਾ ਹੈ। ਦੇਖੋ ਬੇਟਾ ਅਸਲ ਤਾਪਮਾਨ ਦਰਸਾਉਂਦਾ ਹੈ ਭਾਵ ਕਿ ਇਹ ਤਾਪਮਾਨ ਦਰਸਾਉਂਦਾ ਹੈ। ਹੁਣ ਇਸ ਸ਼ਬਦ ਨੂੰ ਬੇਟਾ ਧਿਆਨ ਨਾਲ ਵੇਖੀਏ ਕਿ ਪੂਰਵ ਅਨੁਮਾਨਿਤ ਦਾ ਮਤਲਬ ਕੀ ਹੈ। ਬੇਟਾ ਪੂਰਵ ਅਨੁਮਾਨਿਤ ਦਾ ਮਤਲਬ ਹੈ ਇੱਕ ਤਰ੍ਹਾਂ ਦੀ ਭਵਿੱਖਬਾਣੀ ਕਿ ਪਹਿਲਾਂ ਹੀ ਅੰਦਾਜ਼ਾ ਲਾ ਲਿਆ ਗਿਆ ਕਿ ਕਿਸ ਦਿਨ ਕੀ ਤਾਪਮਾਨ ਹੋਏਗਾ। ਤਾਂ ਅਸਲ ਤਾਪਮਾਨ ਅਸਲ ਦਾ ਮਤਲਬ ਇਹ ਆ ਕਿ ਜੋ ਉਸ ਦਿਨ ਹੋਇਆ। ਜਿਸ ਤਰ੍ਹਾਂ ਮੰਨ ਲਓ ਆਪਾਂ ਪਹਿਲਾਂ ਗ੍ਰਾਫ ਵੇਖ ਲਈਏ, ਸਾਰੀ ਗੱਲ ਨੂੰ ਆਪਾਂ ਧਿਆਨ ਨਾਲ ਸਮਝਦੇ ਹਾਂ। ਦੇਖੋ ਬੇਟਾ ਉੱਪਰ ਸਭ ਤੋਂ ਪਹਿਲਾਂ ਆਹ ਦਾਣੇਦਾਰ ਲਾਈਨ ਪਾ ਕੇ ਲਿਖਿਆ ਹੈ ਕਿ ਪੂਰਵ ਅਨੁਮਾਨਿਤ। ਇਹਦਾ ਮਤਲਬ ਜਿਹੜਾ ਆਹ ਅੰਦਾਜ਼ਾ ਲਾਇਆ ਗਿਆ ਸੀ ਕਿ ਇਹ ਤਾਪਮਾਨ ਹੋਏਗਾ। ਵਾਸਤਵਿਕ ਦਾ ਮਤਲਬ ਆ ਕਿ ਆਹ ਜਿਹੜੀ ਗੂੜੀ ਲਾਈਨ ਆ ਇਹ ਜੋ ਉਦਣ ਤਾਪਮਾਨ ਹੋਇਆ। ਅਸੀਂ ਗ੍ਰਾਫ ਨੂੰ ਧਿਆਨ ਨਾਲ ਦੇਖੀਏ। ਦੇਖੋ ਬੇਟਾ ਥੱਲੇ ਆਪਣੇ ਕੋਲੇ ਦਿਨ ਦਿੱਤੇ ਹੋਏ ਨੇ, ਸੋਮਵਾਰ ਤੋਂ ਲੈ ਕੇ ਐਤਵਾਰ ਤੱਕ। ਇੱਧਰ ਕੀ ਆ ਲਿਖਿਆ ਹੋਇਆ ਤਾਪਮਾਨ ਡਿਗਰੀ ਸੈਂਟੀਗ੍ਰੇਡ ਵਿੱਚ 5, 10 ਇਸ ਤਰ੍ਹਾਂ ਸਕੇਲ ਬਣਾ ਕੇ। ਹੁਣ ਦੇਖੋ ਇੱਥੇ ਧਿਆਨ ਕਰੋ ਸਾਰੇ ਬੱਚੇ ਕਿ ਸੋਮਵਾਰ ਨੂੰ ਇਸ ਤਰ੍ਹਾਂ ਇਹ ਦੋ ਬਿੰਦੀਆਂ ਸਾਡੇ ਕੋਲ ਆਉਂਦੀਆਂ, ਇੱਕ 15 ਅਤੇ ਇੱਕ 15 ਤੋਂ ਉੱਤੇ ਭਾਵ ਕਿ 15 ਤੋਂ 20 ਦੇ ਵਿਚਕਾਰ। ਇਹਦਾ ਬੇਟਾ ਮਤਲਬ ਕੀ ਆ? ਅੰਦਾਜ਼ਾ ਇਹ ਲਾਇਆ ਗਿਆ ਸੀ, ਜਿਵੇਂ ਮੌਸਮ ਵਿਭਾਗ ਆਪਣੀ ਕੈਲਕੂਲੇਸ਼ਨ ਕਰਕੇ ਇੱਕ ਅੰਦਾਜ਼ਾ ਲਾਉਂਦਾ ਹੈ ਕਿ ਸੋਮਵਾਰ ਨੂੰ 15 ਡਿਗਰੀ ਤਾਪਮਾਨ ਰਹੇਗਾ। ਪਰ ਉਦੋਂ ਜਦੋਂ ਬੇਟਾ ਥਰਮਾਮੀਟਰ ਨਾਲ ਮਾਪਿਆ ਗਿਆ, ਜਦੋਂ ਸੋਮਵਾਰ ਆਇਆ ਤਾਂ ਉਹ ਤਾਪਮਾਨ ਥੋੜ੍ਹਾ ਜਿਹਾ ਇਸ ਤਰ੍ਹਾਂ ਉੱਪਰ ਸੀ। ਫਿਰ ਮੰਗਲਵਾਰ ਨੂੰ ਆਪਾਂ ਦੇਖੋ ਬੇਟਾ ਧਿਆਨ ਕਰੀਏ ਕਿ ਮੰਗਲਵਾਰ ਦਾ ਜੋ ਅੰਦਾਜ਼ਾ ਸੀ, ਇਹ ਜੋ ਹਰੀ ਲਾਈਨ ਆ ਦਾਣੇਦਾਰ, ਇਹ ਅੰਦਾਜ਼ਾ ਸੀ ਆ ਦੇਖੋ ਆ ਬਿੰਦੂ ਕਿ 20 ਡਿਗਰੀ ਹੋਏਗਾ। ਔਰ ਉਦੋਂ ਵੇਖੋ ਬੇਟਾ ਕੀ ਆ ਅੰਦਾਜ਼ਾ ਅਤੇ ਅਸਲੀ ਉਹ ਦੋਵੇਂ ਬਰਾਬਰ ਸਨ ਕਿ ਉਸ ਦਿਨ ਜੋ ਉੱਚਤਮ ਤਾਪਮਾਨ ਹੈ ਉਹ 20 ਡਿਗਰੀ ਹੋਇਆ। ਇਸ ਤਰ੍ਹਾਂ ਕਰਕੇ ਬੇਟਾ ਸਾਰਾ ਜਿਹੜਾ ਗ੍ਰਾਫ ਬਣਿਆ ਹੋਇਆ ਵਾਲਾ। ਹੁਣ ਬੇਟਾ ਆਪਾਂ ਦੇਖੀਏ ਕਿ ਆਪਾਂ ਨੂੰ ਕੁਐਸਚਨ ਕੀ ਪੁੱਛੇ ਗਏ ਨੇ। ਤਾਂ ਪਹਿਲਾ ਕੁਐਸਚਨ ਬੇਟਾ ਇਹਦੇ 'ਚ ਇਹ ਆ, ਕਿਸ ਦਿਨ ਪੂਰਵ ਅਨੁਮਾਨਿਤ ਤਾਪਮਾਨ ਭਾਵ ਕਿ ਜਿਹੜਾ ਅੰਦਾਜ਼ਾ ਲਾਇਆ ਸੀ, ਪੂਰਵ ਦਾ ਮਤਲਬ ਪਹਿਲਾਂ ਹੀ ਅੰਦਾਜ਼ਾ ਲਾਇਆ ਸੀ ਤਾਪਮਾਨ ਅਤੇ ਵਾਸਤਵਿਕ ਤਾਪਮਾਨ ਸਮਾਨ ਹਨ, ਭਾਵ ਕਿ ਦੋਨੋਂ ਤਾਪਮਾਨ ਇੱਕੋ ਜਿਹੇ ਕਿਸ ਦਿਨ ਹਨ। ਦੇਖੋ ਬੇਟਾ ਜਿੱਥੇ ਦੋਨੋਂ ਗ੍ਰਾਫ ਇੱਕੋ ਜਗ੍ਹਾ ਤੋਂ ਲੰਘਦੇ ਆ, ਦੇਖੋ ਆ ਦੋਨੋਂ ਲਾਈਨਾਂ ਇੱਕ ਤਾਂ ਇੱਥੋਂ ਲੰਘਦੀਆਂ, ਇਹ ਬਿੰਦੀ ਹੇਠਾਂ ਕਿਹੜੇ ਦਿਨ 'ਤੇ ਪਹੁੰਚ ਜਾਂਦੀ ਆ? ਦੇਖੋ ਮੰਗਲਵਾਰ। ਇੱਕ ਤਾਂ ਮੰਗਲਵਾਰ ਦੋਵੇਂ ਤਾਪਮਾਨ ਸਮਾਨ ਸਨ। ਅੱਛਾ ਫਿਰ ਵੇਖੀਏ, ਫਿਰ ਫਰਕ ਚਲਾ ਗਿਆ ਇਸ ਤਰ੍ਹਾਂ। ਇੱਥੇ ਦੋਨੋਂ ਸਮਾਨ ਨੇ, ਕਿਹੜਾ ਦਿਨ? ਸ਼ੁੱਕਰਵਾਰ। ਔਰ ਅਖੀਰ 'ਤੇ ਬੇਟਾ ਇਹ ਦਿਨ ਸਾਡੇ ਕੋਲ ਐਤਵਾਰ। ਅਤੇ ਇਹਦਾ ਮਤਲਬ ਬੇਟਾ ਸਾਡੇ ਕੋਲ ਆਨਸਰ ਕੀ ਹੋ ਗਏ? ਇੱਕ ਤਾਂ ਹੋ ਗਿਆ ਮੰਗਲਵਾਰ, ਫਿਰ ਬੇਟਾ ਸਾਡੇ ਕੋਲ ਹੋ ਗਿਆ ਸ਼ੁੱਕਰਵਾਰ ਅਤੇ ਫਿਰ ਹੋ ਗਿਆ ਐਤਵਾਰ। ਇਹਨਾਂ ਸਾਰੇ ਆਪਾਂ ਉੱਤਰਾਂ ਨੂੰ ਲਿਖਾਂਗੇ ਆਪਾਂ। ਉਸ ਤੋਂ ਅਗਲਾ ਬੇਟਾ ਜਿਹੜਾ ਆਪਣੇ ਕੋਲ ਕੁਐਸਚਨ ਵੇਖੀਏ, ਹਫ਼ਤੇ ਵਿੱਚ ਵੱਧ ਤੋਂ ਵੱਧ ਪੂਰਵ ਅਨੁਮਾਨਿਤ ਤਾਪਮਾਨ ਕੀ ਸੀ? ਹਫ਼ਤੇ ਵਿੱਚ ਵੱਧ ਤੋਂ ਵੱਧ ਪੂਰਵ ਅਨੁਮਾਨਿਤ ਭਾਵ ਕਿਹੜਾ? ਪੂਰਵ ਅਨੁਮਾਨਿਤ ਵੱਧ ਤੋਂ ਵੱਧ। ਦੇਖੋ ਬੇਟਾ ਵੱਧ ਤੋਂ ਵੱਧ ਦਾ ਮਤਲਬ ਕੀ ਆ ਕਿ ਇਸ ਸਕੇਲ ਦੇ ਹਿਸਾਬ ਨਾਲ ਸਭ ਤੋਂ ਉੱਚਾ ਆ ਦੇਖੋ ਬੇਟਾ 35 ਡਿਗਰੀ ਸੈਂਟੀਗ੍ਰੇਡ। ਇਹ ਬੇਟਾ ਆਨਸਰ ਆ। ਅੱਗੇ ਪੁੱਛਿਆ ਹਫ਼ਤੇ ਵਿੱਚ ਘੱਟ ਤੋਂ ਘੱਟ ਅਸਲ ਤਾਪਮਾਨ ਕੀ ਸੀ? ਘੱਟ ਤੋਂ ਘੱਟ ਅਸਲ ਤਾਪਮਾਨ। ਘੱਟ ਤੋਂ ਘੱਟ ਬੇਟਾ ਦੇਖੋ ਜਿਹੜਾ ਅਸਲ ਤਾਪਮਾਨ ਆ ਉਹ ਬੇਟਾ ਜੇ ਆਪਾਂ ਧਿਆਨ ਕਰੀਏ ਆ ਦੇਖੋ ਇਹ ਦੋ ਡਾਟ ਜਿਹੜੇ ਨੇ ਤਾਂ ਇਹ ਕਿੱਥੇ ਪਹੁੰਚਦੇ ਨੇ? ਇੱਧਰ 15 'ਤੇ। ਅੱਛਾ ਅੱਗੇ ਬੇਟਾ ਪੁੱਛਿਆ ਗਿਆ ਕਿਸ ਦਿਨ ਅਸਲ ਤਾਪਮਾਨ ਅਤੇ ਪੂਰਵ ਅਨੁਮਾਨਿਤ ਤਾਪਮਾਨ ਵਿੱਚ ਅੰਤਰ ਵੱਧ ਤੋਂ ਵੱਧ ਸੀ? ਇਹਨੂੰ ਬੇਟਾ ਧਿਆਨ ਨਾਲ ਫਿਰ ਸਮਝੀਏ। ਕਿਸ ਦਿਨ ਅਸਲ ਤਾਪਮਾਨ ਅਤੇ ਪੂਰਵ ਅਨੁਮਾਨਿਤ ਤਾਪਮਾਨ ਵਿੱਚ ਅੰਤਰ ਵੱਧ ਤੋਂ ਵੱਧ ਸੀ? ਬੇਟਾ ਭਾਵ ਕਿ ਫਰਕ ਜ਼ਿਆਦਾ ਸੀ, ਅੰਦਾਜ਼ਾ ਕੁਛ ਹੋਰ ਲਾਇਆ ਸੀ, ਨਿਕਲਿਆ ਕੁਛ ਹੋਰ। ਹੁਣ ਬੇਟਾ ਇਹ ਕਿਵੇਂ ਆਪਾਂ ਵੇਖਾਂਗੇ? ਦੇਖੋ ਇਹ ਦੋਨੋਂ ਬਿੰਦੀਆਂ ਵਿਚਕਾਰਲਾ ਫਰਕ ਆਪਾਂ ਬੇਟਾ ਵੈਸੇ ਹੀ ਵੇਖੀਏ, ਇੱਥੇ 2 ਡੱਬੀਆਂ ਦਾ ਬਣਦਾ, 1 2। ਇੱਥੇ ਵੇਖੋ 1 2 3 ਡੱਬੀਆਂ ਦਾ। ਇਸ ਤਰ੍ਹਾਂ ਅਗਰ ਗ੍ਰਾਫ ਨੂੰ ਵੇਖ ਕੇ ਵੀ ਅੰਦਾਜ਼ਾ ਲਈਏ ਸਾਫ਼ ਸਾਡਾ ਅੰਦਾਜ਼ਾ ਲੱਗਦਾ। ਇੱਥੇ ਵੇਖੋ ਸਿਰਫ 2 ਡੱਬੀਆਂ ਦਾ। ਉਂਝ ਵੀ ਬੇਟਾ ਵੇਖੀਏ ਤਾਂ ਇਹ ਤਾਪਮਾਨ ਅਸਲੀ ਸਾਡੇ ਕੋਲ 15, ਪਰ ਅੰਦਾਜ਼ਾ ਕੀ ਲਗਾਇਆ ਗਿਆ ਸੀ? ਅੰਦਾਜ਼ਾ ਬੇਟਾ 22.5 ਡਿਗਰੀ ਦਾ ਲਾਇਆ ਸੀ, ਕਿਉਂਕਿ ਬੇਟਾ ਆਹ ਅੱਧ ਜੋ ਹੈ 22.5 ਡਿਗਰੀ ਆ। ਤਾਂ ਇਹ ਆਨਸਰ ਵੀ ਬੇਟਾ ਆਪਣੇ ਕੋਲ ਲੱਭ ਗਿਆ। ਤਾਂ ਇਸ ਤਰ੍ਹਾਂ ਬੇਟਾ ਇਸ ਕੁਐਸਚਨ ਦਾ ਆਨਸਰ ਕੀ ਲੱਭਿਆ ਕਿ ਵੀਰਵਾਰ ਅਜਿਹਾ ਦਿਨ ਸੀ ਜਿੱਦਣ ਇਹ ਫਰਕ ਜ਼ਿਆਦਾ ਸੀ।
ਤਾਂ ਇਸ ਤਰ੍ਹਾਂ ਬੇਟਾ ਇਹ ਸਾਰੇ ਆਨਸਰ ਆਪਾਂ ਲਿਖ ਦਿੱਤੇ। ਵੀਡੀਓ ਪੌਜ਼ ਕਰਕੇ ਤੁਸੀਂ ਇਹਨਾਂ ਸਾਰੇ ਉੱਤਰਾਂ ਨੂੰ ਉਤਾਰ ਸਕਦੇ ਜੇ। ਅੱਗੇ ਬੇਟਾ 6 ਨੰਬਰ ਕੁਐਸਚਨ ਦਾ ਬੜਾ ਹੀ ਵਧੀਆ ਸੋਹਣਾ ਜਿਹਾ ਗ੍ਰਾਫ ਬਣਿਆ। ਆਪਾਂ ਪਹਿਲਾਂ ਸਿੱਧਾ ਗ੍ਰਾਫ ਨੂੰ ਵੇਖ ਕੇ ਅੰਦਾਜ਼ਾ ਲਾਉਂਦੇ ਹਾਂ ਵੀ ਗ੍ਰਾਫ ਕਾਹਦਾ। ਦੇਖੋ ਬੇਟਾ ਹੇਠਾਂ ਇੱਥੇ ਲਿਖਿਆ ਕਿ ਸਮਾਂ, ਇਸ ਧੁਰੇ ਉੱਪਰ ਸਮਾਂ ਹੈ, ਔਰ ਇੱਧਰ ਲਿਖਿਆ ਦੂਰੀ, ਕਾਹਦੇ ਵਿੱਚ ਆ, ਕਿਲੋਮੀਟਰਾਂ ਵਿੱਚ। 2 4 6 8 ਇਸ ਤਰ੍ਹਾਂ ਕਰਕੇ ਸਕੇਲ ਲਈ 22 ਤੱਕ, 8 ਵਜੇ 9 ਵਜੇ 10 ਵਜੇ 11 ਵਜੇ 12 ਵਜੇ। ਤਾਂ ਇਹ ਬੇਟਾ ਕੀ ਚੀਜ਼ ਆ ਕਿ 8 ਵਜੇ ਦੇਖੋ ਇੱਥੇ ਬਿਲਕੁਲ ਕੋਨੇ ਦੇ ਉੱਪਰ, ਭਾਵ ਕਿ 8 ਵਜੇ ਉਹਨੇ ਆਪਣੀ ਯਾਤਰਾ ਸ਼ੁਰੂ ਕੀਤੀ, ਉਹਦੀ ਦੂਰੀ 0 ਸੀ। ਆਪਾਂ ਅੱਗੇ ਡਿਟੇਲ ਵੇਖਾਂਗੇ ਕੀ ਆ। ਹੁਣ ਵੇਖੀਏ ਵੀ ਹੈ ਕੀ ਹੈ। ਦੇਖੋ ਬੇਟਾ ਕਹਿੰਦਾ ਕਿ ਇੱਕ ਡਾਕੀਆ ਕਿਸੇ ਸ਼ਹਿਰ ਦੇ ਕੋਲ ਹੀ ਪੈਂਦੇ ਕਸਬੇ ਵਿੱਚ ਇੱਕ ਵਪਾਰੀ ਕੋਲ ਪਾਰਸਲ ਪਹੁੰਚਾਉਣ ਲਈ ਸਾਈਕਲ 'ਤੇ ਜਾਂਦਾ ਹੈ। ਸ਼ਹਿਰੋਂ ਬੇਟਾ ਉਹ ਕੋਈ ਪਾਰਸਲ ਦੇਣ ਲਈ ਕਿਤੇ ਜਾਂਦਾ ਨਾਲ ਦੇ ਕਸਬੇ 'ਚ। ਵੱਖ-ਵੱਖ ਸਮਿਆਂ 'ਤੇ ਸ਼ਹਿਰ ਤੋਂ ਉਸ ਦੀ ਦੂਰੀ ਹੇਠਾਂ ਦਿੱਤੇ ਗ੍ਰਾਫਾਂ ਦੁਆਰਾ ਦਰਸਾਈ ਗਈ ਹੈ। ਜਿਹੜਾ ਗ੍ਰਾਫ ਸੀ ਕਿ ਜਦੋਂ ਤੁਰਿਆ ਉਹ ਨਾਲ ਦੀ ਨਾਲ ਆਪਣੀ ਡਾਇਰੀ 'ਤੇ ਨੋਟ ਕਰਦਾ ਰਿਹਾ ਮੈਂ ਕਿੰਨੇ ਵਜੇ ਕਿੱਥੇ ਪਹੁੰਚ ਗਿਆ। ਹੁਣ ਗ੍ਰਾਫ ਨੂੰ ਬੇਟਾ ਦੇਖੀਏ ਆਪਾਂ ਧਿਆਨ ਨਾਲ। 8 ਵਜੇ ਉਹਨੇ ਯਾਤਰਾ ਆਪਣੀ ਸ਼ੁਰੂ ਕੀਤੀ ਤਾਂ ਉਦੋਂ ਬੇਟਾ ਉਹਦੀ ਦੂਰੀ 0 ਸੀ। ਫਿਰ 9 ਵਜੇ ਵੇਖਿਆ ਕਿ ਮੈਂ ਕਿੰਨੀ ਦੂਰ ਆ ਗਿਆ, ਤਾਂ ਦੇਖੋ ਬੇਟਾ 9 ਵਜੇ ਵੇਖੀਏ ਕਿੰਨੀ ਦੂਰ ਆ ਗਿਆ ਉਹ। ਅਸੀਂ ਗ੍ਰਾਫ 'ਤੇ ਪਹੁੰਚੇ, ਸਾਡਾ ਪੁਆਇੰਟ ਸੀ, ਇੱਥੋਂ ਅਸੀਂ ਇੱਧਰ ਪਹੁੰਚੇ। ਜਿਹੜਾ ਸਾਡਾ ਤਰੀਕਾ ਗ੍ਰਾਫ ਵੇਖਣ ਦਾ, ਕਿੱਥੇ ਪਹੁੰਚ ਗਏ ਅਸੀਂ, 10 'ਤੇ, ਉਹ 10 ਕਿਲੋਮੀਟਰ ਆ ਗਿਆ। ਫਿਰ ਤੁਸੀਂ ਵੇਖੋ ਜਿਹੜੀ ਆਹ ਬਿੰਦੀ ਆ ਇਹ ਹੈਗੀ 16 'ਤੇ, ਪਰ ਕਿੰਨੇ ਵਜੇ, ਆਹ ਦੇਖੋ 10 ਵਜੇ ਦਾ ਸਮਾਂ। ਫਿਰ ਬੇਟਾ ਉਹਨੇ ਕੀ ਕੀਤਾ ਕਿ ਇੱਥੇ 10 ਤੇ 11 ਦੇ ਵਿਚਕਾਰ, ਇੱਥੇ ਦੇਖੋ ਆਪਣੇ ਕੋਲ ਲਿਖਿਆ ਨਹੀਂ ਹੋਇਆ, ਇਹ ਅਸੀਂ ਅੰਦਾਜ਼ਾ ਲਾਵਾਂਗੇ ਵੀ ਕੀ ਹੋਏਗਾ। ਦੇਖੋ ਬੇਟਾ 1 2 3 4 ਡੱਬੀਆਂ ਅੱਧ, ਇਹਦਾ ਮਤਲਬ 10:30 ਵਜੇ ਵੀ ਉਹਨੇ ਰੀਡਿੰਗ ਇੱਕ ਲਈ। 10:30 ਵਜੇ ਉਹ ਫਿਰ 16 ਕਿਲੋਮੀਟਰ 'ਤੇ ਸੀ। ਇਹਨੂੰ ਬੇਟਾ ਧਿਆਨ ਨਾਲ ਦੇਖੀਏ, 10 ਵਜੇ ਵੀ ਉਹ 16 ਕਿਲੋਮੀਟਰ 'ਤੇ ਸੀ, 10:30 ਵੀ 16 ਕਿਲੋਮੀਟਰ 'ਤੇ। ਇਹਦਾ ਮਤਲਬ ਕੀ ਹੋਇਆ ਕਿ ਉਹ ਅੱਧਾ ਘੰਟਾ ਉਹਨੇ ਰੈਸਟ ਲੈ ਲਈ, ਆਰਾਮ ਕਰ ਲਿਆ, ਰੁਕਿਆ ਰਿਹਾ ਕਿਤੇ। ਉਹ ਅੱਧੇ ਘੰਟੇ ਵਾਸਤੇ ਉਹ ਕਿਤੇ ਨਹੀਂ ਤੁਰਿਆ ਕਿਉਂਕਿ ਦੂਰੀ ਉਹਦੀ ਵਧੀ ਨਹੀਂ। ਫਿਰ ਉਹ ਬੇਟਾ ਅੱਗੇ ਆਹ ਪੁਆਇੰਟ ਜਿਹੜਾ ਜਾਂਦਾ ਹੈ ਕਿੱਥੇ, 22 ਕਿਲੋਮੀਟਰ 'ਤੇ। ਅਤੇ ਫਿਰ ਬੇਟਾ ਇਹ ਕਦੋਂ ਸੀ 22 ਕਿਲੋਮੀਟਰ, ਨੀਚੇ ਨੂੰ ਆਈਏ, ਦੇਖੋ 11 ਅਤੇ 12 ਦੇ ਬਿਲਕੁਲ ਵਿਚਕਾਰ, ਭਾਵ ਕਿ 11:30 ਵਜੇ ਇਹ ਉਹਦੀ ਦੂਰੀ ਸੀ। ਹੁਣ ਬੇਟਾ ਆਪਾਂ ਆਨਸਰ ਦੇਈਏ। ਦੇਖੋ ਬੇਟਾ ਸਭ ਤੋਂ ਪਹਿਲਾਂ ਕੁਐਸਚਨ ਕੀ ਪੁੱਛਿਆ, ਐਕਸ ਧੁਰੇ 'ਤੇ ਸਮਾਂ ਦਰਸਾਉਣ ਦੇ ਲਈ ਕੀ ਪੈਮਾਨਾ ਵਰਤਿਆ ਗਿਆ ਹੈ। ਹੁਣ ਬੇਟਾ ਇਸ ਗੱਲ ਨੂੰ ਸਮਝੀਏ, ਐਕਸ ਧੁਰੇ 'ਤੇ ਸਮਾਂ ਦਰਸਾਉਣ ਲਈ ਕੀ ਪੈਮਾਨਾ ਵਰਤਿਆ ਗਿਆ। ਪੈਮਾਨੇ ਦਾ ਮਤਲਬ ਇਹ ਆ ਕਿ ਬੇਟਾ ਜਿਸ ਤਰ੍ਹਾਂ ਇਹ ਇੱਕ ਡੱਬੀ ਪਹਿਲੀ ਆ, 1 2 3 4, 4 ਡੱਬੀਆਂ ਤੋਂ ਬਾਅਦ ਇਹ ਪੁਆਇੰਟ ਲਾਇਆ। ਪਹਿਲਾਂ ਸੀ 8 ਵਜੇ ਔਰ 9 ਵਜੇ। ਇਹਦਾ ਮਤਲਬ ਬੇਟਾ ਜਿਹੜੀਆਂ 4 ਡੱਬੀਆਂ ਨੇ ਉਹ 1 ਘੰਟੇ ਦੇ ਬਰਾਬਰ ਆ। ਤਾਂ ਇਹਦਾ ਮਤਲਬ ਇਹ ਹੋਇਆ ਕਿ 4 ਇਕਾਈਆਂ ਜਿਹੜੀਆਂ ਇੱਥੇ ਨੇ ਉਹ 1 ਘੰਟੇ ਦੇ ਬਰਾਬਰ ਨੇ। ਤਾਂ ਇਹਨੂੰ ਬੇਟਾ ਅਸੀਂ ਇੰਝ ਲਿਖਾਂਗੇ, 4 ਇਕਾਈ ਬਰਾਬਰ 1 ਘੰਟਾ, ਕਿਉਂਕਿ ਬੇਟਾ ਜਿਹੜੀ ਇਹ ਡੱਬੀ ਆ ਇਹ 1 ਇਕਾਈ ਆ, 2 ਇਕਾਈਆਂ, 3 ਇਕਾਈਆਂ, 4 ਇਕਾਈਆਂ। ਹੁਣ ਬੇਟਾ ਅਗਲਾ ਕੁਐਸਚਨ ਇਹ ਆ ਕਿ ਉਸਨੇ ਪੂਰੀ ਯਾਤਰਾ ਦੇ ਲਈ ਕਿੰਨਾ ਸਮਾਂ ਲਿਆ। ਪੂਰੀ ਯਾਤਰਾ ਦੇ ਲਈ ਕਿੰਨਾ ਸਮਾਂ ਲਿਆ। ਦੇਖੋ ਬੇਟਾ ਆਪਾਂ ਵੇਖੀਏ, 8 ਵਜੇ ਉਹਨੇ ਆਪਣੀ ਯਾਤਰਾ ਸ਼ੁਰੂ ਕੀਤੀ, ਗ੍ਰਾਫ ਸਾਨੂੰ ਦੱਸ ਰਿਹਾ। ਔਰ ਦੇਖੋ ਬੇਟਾ 12 ਵਜੇ ਤੋਂ ਪਹਿਲਾਂ ਹੀ, ਇਸ ਤੋਂ ਅੱਗੇ ਕੋਈ ਰੀਡਿੰਗ ਨਹੀਂ। ਇਹਦਾ ਮਤਲਬ 11 ਅਤੇ 12 ਦੇ ਵਿਚਕਾਰ ਸਾਡੇ ਕੋਲ ਸਮਾਂ ਕੀ ਆ, 11:30। ਤਾਂ 8 ਵਜੇ ਬੇਟਾ ਉਹ ਤੁਰਿਆ, 11:30 ਵਜੇ ਉਹਨੇ ਯਾਤਰਾ ਬੰਦ ਕਰ ਦਿੱਤੀ। 8 ਔਰ 11:30 ਵਿੱਚ ਕਿੰਨਾ ਫਰਕ ਹੋਇਆ ਬੇਟਾ, ਬਿਲਕੁਲ ਬੇਟਾ 3.5 ਘੰਟੇ। 3.5 ਘੰਟੇ ਨੂੰ ਬੇਟਾ ਇਸ ਤਰ੍ਹਾਂ ਅਸੀਂ ਲਿਖਾਂਗੇ 3 ਸਹੀ 1/2, ਯਾਨੀ ਕਿ 3 ਤੇ ਅੱਧਾ। ਇਹ ਸਾਡਾ ਆਨਸਰ ਆ ਗਿਆ। ਅੱਗੇ ਬੇਟਾ ਪੁੱਛਿਆ ਕਿ ਵਪਾਰੀ ਦੇ ਥਾਂ ਦੀ ਸ਼ਹਿਰ ਤੋਂ ਦੂਰੀ ਕਿੰਨੀ ਹੈ। ਵਪਾਰੀ ਦੇ ਥਾਂ ਦੀ, ਤਾਂ ਦੇਖੀਏ ਬੇਟਾ ਵਪਾਰੀ ਦੇ ਥਾਂ ਦੀ, ਦੇਖੋ ਬੇਟਾ ਜਿਵੇਂ ਜਿਵੇਂ ਉਹਦਾ ਸਮਾਂ ਵੱਧਦਾ ਹੈ ਉਹਦੇ ਕਿਲੋਮੀਟਰ ਵਧੀ ਗਏ। ਅਖੀਰ 'ਤੇ ਬੇਟਾ ਜਿੱਥੇ ਰੁਕਿਆ ਉਹ ਇਸ ਬਿੰਦੂ 'ਤੇ ਰੁਕਿਆ। ਹੁਣ ਇਸ ਬਿੰਦੂ ਦਾ ਆਪਾਂ ਕਿਲੋਮੀਟਰ ਵੇਖੀਏ ਤਾਂ ਦੇਖੋ 22। ਤਾਂ ਇਹਦਾ ਮਤਲਬ ਬੇਟਾ ਇਹ ਹੋਇਆ ਕਿ ਉਹਨੇ 22 ਕਿਲੋਮੀਟਰ ਦਾ ਸਫ਼ਰ ਕੀਤਾ। 22 ਕਿਲੋਮੀਟਰ ਉਹ ਜਗ੍ਹਾ ਦੂਰ ਸੀ। ਤਾਂ ਇਹ ਆਨਸਰ ਬੇਟਾ ਅਸੀਂ ਇਸ ਤਰ੍ਹਾਂ ਲਿਖ ਦੇਵਾਂਗੇ। ਹੁਣ ਬੇਟਾ ਅਗਲਾ ਕੁਐਸਚਨ ਡੀ, ਕੀ ਡਾਕੀਆ ਰਸਤੇ ਵਿੱਚ ਕਿਤੇ ਰੁਕਿਆ, ਵਿਸਥਾਰ ਨਾਲ ਦੱਸੋ। ਰੁਕੇ ਦਾ ਮਤਲਬ ਬੇਟਾ ਕੀ ਹੋਇਆ, ਦੇਖੋ ਇਸ ਗੱਲ ਨੂੰ ਧਿਆਨ ਨਾਲ ਸਮਝੀਏ।
ਦੇਖੋ ਬੇਟਾ ਸਮਾਂ ਤਾਂ ਘੜੀ ਤਾਂ ਚੱਲਦੀ ਚਲੀ ਜਾਂਦੀ ਹੈ। ਵਿਅਕਤੀ ਰਾਹ 'ਚ ਜਾਂਦਾ ਸਫ਼ਰ ਕਰਦਾ ਰੁਕ ਜਾਵੇ ਪਰ ਬੇਟਾ ਘੜੀ ਨਹੀਂ ਰੋਕੀ ਜਾਂਦੀ। ਸਮਾਂ ਤਾਂ ਉਹ ਆਪਣਾ ਜਾਰੀ ਅੱਗੇ ਚੱਲੀ ਜਾਏਗਾ। ਹੁਣ ਬੇਟਾ ਇੱਥੇ ਦੇਖੋ ਕਿਵੇਂ ਪਤਾ ਲੱਗੇਗਾ। ਜਦੋਂ ਬੇਟਾ ਗ੍ਰਾਫ ਇਸ ਤਰ੍ਹਾਂ ਬਿਲਕੁਲ ਲੇਟਵਾਂ ਹੋ ਗਿਆ, ਇਹਦਾ ਕੀ ਮਤਲਬ ਆ? ਦੇਖੋ 10 ਵਜੇ ਵੀ ਉਹ 16 ਕਿਲੋਮੀਟਰ ਦੂਰ ਸੀ, ਉਸ ਤੋਂ ਅੱਗੇ ਵੀ ਉਹ 16 ਕਿਲੋਮੀਟਰ ਹੀ ਹੈ। ਇਹਦਾ ਮਤਲਬ ਕਿਸੇ ਪੁਆਇੰਟ 'ਤੇ ਕਿਤੇ ਰਾਹ ਵਿੱਚ ਕਿਸੇ ਰੁੱਖ ਥੱਲੇ ਜਾਂ ਕਿਤੇ ਕੋਈ ਚਾਹ ਵਗੈਰਾ ਪੀਣ ਵਾਸਤੇ ਜਾਂ ਕਿਤੇ ਉਹ ਰੁਕਿਆ, ਉਹਨੇ ਸਾਹ ਲਿਆ, ਤਾਂ ਅਸੀਂ ਦੱਸਾਂਗੇ ਜੀ ਉਹ 10 ਵਜੇ ਤੋਂ ਲੈ ਕੇ 10:30 ਵਜੇ ਤੱਕ ਉਹ ਰੁਕਿਆ। ਤਾਂ ਇਸ ਗੱਲ ਨੂੰ ਬੇਟਾ ਅਸੀਂ ਇਸ ਤਰ੍ਹਾਂ ਦੱਸਾਂਗੇ ਕਿ 10 ਵਜੇ ਤੋਂ 10:30 ਵਜੇ ਤੱਕ ਦਾ ਗ੍ਰਾਫ ਦਾ ਲੇਟਵਾਂ ਭਾਗ, ਆ ਦੇਖੋ ਲੇਟਵਾਂ ਭਾਗ ਹਨ, ਦਰਸਾਉਂਦਾ ਹੈ ਕਿ ਡਾਕੀਆ ਰੁਕਿਆ। ਇਸ ਸਮੇਂ ਦੌਰਾਨ ਉਸ ਦੀ ਦੂਰੀ 16 ਕਿਲੋਮੀਟਰ ਹੀ ਸੀ। ਆ ਦੇਖੋ ਬੇਟਾ 16 ਕਿਲੋਮੀਟਰ ਹੀ ਰਹੀ ਆ। ਤਾਂ ਅੱਗੇ ਬੇਟਾ ਬੜੀ ਮਜ਼ੇਦਾਰ ਗੱਲ ਪੁੱਛੀ ਆ ਕਿ ਕਿਸ ਅੰਤਰਾਲ ਵਿੱਚ ਉਸ ਦੀ ਚਾਲ ਸਭ ਤੋਂ ਜ਼ਿਆਦਾ ਸੀ। ਕਿਸ ਅੰਤਰਾਲ ਦਾ ਬੇਟਾ ਮਤਲਬ ਇਹ ਆ ਕਿ ਪਹਿਲੀ ਰੀਡਿੰਗ ਤੋਂ ਦੂਜੀ ਰੀਡਿੰਗ ਲੈਣ ਵੇਲੇ ਤੱਕ। ਜਿਸ ਤਰ੍ਹਾਂ ਦੇਖੋ ਬੇਟਾ 8 ਤੋਂ ਲੈ ਕੇ 9 ਵਜੇ ਤੱਕ ਆਪਾਂ ਵੇਖਦੇ ਉਹਨੇ ਕਿੰਨੇ ਕਿਲੋਮੀਟਰ ਕੱਢੇ। ਦੇਖੋ ਬੇਟਾ 8 ਵਜੇ 0 ਸੀ, 9 ਵਜੇ ਤੱਕ ਬੇਟਾ ਉਹਨੇ 10 ਕਿਲੋਮੀਟਰ ਉਹਨੇ ਸਾਈਕਲ ਚਲਾ ਦਿੱਤਾ। ਫਿਰ ਵੇਖੋ ਜਦੋਂ ਅਗਲੀ ਰੀਡਿੰਗ ਲਈ 10 ਵਜੇ, ਉਦੋਂ ਚਲਾਇਆ ਉਹਨੇ 16 ਕਿਲੋਮੀਟਰ ਤੱਕ ਸਫ਼ਰ ਉਹਨੇ ਤੈਅ ਕਰ ਲਿਆ। ਇਹਦਾ ਮਤਲਬ ਪਹਿਲਾਂ 10 ਸੀ 9 ਵਜੇ, ਅਤੇ ਇਸ 1 ਘੰਟੇ 'ਚ ਉਹਨੇ ਕਿਲੋਮੀਟਰ ਕਿੰਨੇ ਕੱਢੇ ਬੇਟਾ? ਉਹਨੇ ਬੇਟਾ ਜਿਹੜੇ ਕਿਲੋਮੀਟਰ ਕੱਢੇ ਨੇ ਸਿਰਫ 6 ਕਿਲੋਮੀਟਰ। ਵੈਸੇ ਹੀ ਬੇਟਾ ਦੇਖੋ ਜਿਸ ਤਰ੍ਹਾਂ ਸਵੇਰੇ ਸਵੇਰੇ ਬੰਦਾ ਥੱਕਿਆ ਨਹੀਂ ਹੁੰਦਾ, ਤਾਂ ਉਹਨੇ ਬੜੀ ਤੇਜ਼ੀ ਨਾਲ ਜਾਂ ਬਿਨਾਂ ਰੁਕੇ ਉਹਨੇ ਆਪਣੀ ਦੂਰੀ ਤੈਅ ਕੀਤੀ। ਤਾਂ ਆਪਾਂ ਵੇਖ ਸਕਦੇ ਹਾਂ ਕਿ 8 ਤੋਂ ਲੈ ਕੇ 9 ਵਜੇ ਤੱਕ ਉਹਨੇ 10 ਕਿਲੋਮੀਟਰ ਤੈਅ ਕਰ ਦਿੱਤੇ। ਪਰ ਅੱਗੇ ਬੇਟਾ ਉਹਨੇ ਸਿਰਫ 6 ਕਿਲੋਮੀਟਰ ਤੈਅ ਕੀਤੇ। ਇਹਦਾ ਬੇਟਾ ਆਪਾਂ ਅੰਦਾਜ਼ਾ ਕਿਸ ਤਰ੍ਹਾਂ ਲਗਾਉਣਾ ਹੁੰਦਾ? ਦੇਖੋ ਪਹਿਲੇ ਪੁਆਇੰਟ ਤੋਂ ਲੈ ਕੇ ਦੂਜੇ ਪੁਆਇੰਟ ਤੱਕ ਦੀ ਜਿਹੜੀ ਲਾਈਨ ਆ, ਜੇ ਆਪਾਂ ਉਹਦੀ ਬੇਟਾ ਮਿਣਤੀ ਵੀ ਕਰੀਏ, ਵੈਸੇ ਵੀ ਵੇਖਣ ਨੂੰ ਸਾਨੂੰ ਪਤਾ ਲੱਗਦਾ ਕਿ ਇਹ ਲਾਈਨ ਦੀ ਲੰਬਾਈ ਦੂਜੇ ਸਾਰੇ ਖੰਡਾਂ ਤੋਂ ਜ਼ਿਆਦਾ ਹੈ। ਆਹ ਦੇਖੋ ਆਹ ਖੰਡ ਹੋ ਗਿਆ, ਆਹ ਵਾਲਾ ਹੋ ਗਿਆ, ਆਹ ਵਾਲਾ ਹੋ ਗਿਆ। ਤਾਂ ਸਾਨੂੰ ਬੇਟਾ ਗ੍ਰਾਫ ਦਾ ਇਹੋ ਹੀ ਫਾਇਦਾ ਕਿ ਜਿੱਥੇ ਉਹ ਖੰਡ ਗ੍ਰਾਫ ਦਾ ਹਿੱਸਾ ਟੋਟਾ ਜ਼ਿਆਦਾ ਲੰਬਾ ਹੋਏਗਾ, ਇਹਦਾ ਮਤਲਬ ਉੱਥੇ ਜ਼ਿਆਦਾ ਦੂਰੀ ਤੈਅ ਹੋ ਰਹੀ ਹੈ। ਤਾਂ ਦੇਖੋ ਆਹ ਵਾਲੀ ਦੂਰੀ ਸਭ ਤੋਂ ਜ਼ਿਆਦਾ ਤੈਅ ਹੋਈ ਹੈ। ਅੱਗੇ ਖੰਡ ਛੋਟੇ ਨੇ ਸਾਰੇ। ਤਾਂ ਬੇਟਾ ਅਸੀਂ ਕਹਾਂਗੇ 8 ਤੋਂ ਲੈ ਕੇ 9 ਵਜੇ ਤੱਕ। ਤਾਂ ਇਹ ਬੇਟਾ ਸਾਰੇ ਆਨਸਰ ਜੋ ਹਨ ਵੀਡੀਓ ਪੌਜ਼ ਕਰਕੇ ਤੁਸੀਂ ਉਤਾਰ ਲਓ। ਅਗਲਾ 7 ਨੰਬਰ ਕੁਐਸਚਨ ਬੇਟਾ ਬਹੁਤ ਹੀ ਮਜ਼ੇਦਾਰ ਸ਼ਾਨਦਾਰ ਕੁਐਸਚਨ ਆ। 4 ਗ੍ਰਾਫ ਦਿੱਤੇ ਆ, 1 2 3 4, ਔਰ ਸਮਾਂ ਤਾਪਮਾਨ ਸਾਨੂੰ ਪਤਾ ਲੱਗ ਗਿਆ ਸਮੇਂ ਔਰ ਤਾਪਮਾਨ ਦੇ ਵਿੱਚ ਇਹ ਗ੍ਰਾਫ ਆ। ਪੁੱਛਿਆ ਕੀ ਗਿਆ? ਹੇਠਾਂ ਦਿੱਤੇ ਗ੍ਰਾਫਾਂ ਵਿੱਚ ਕਿਹੜੇ ਗ੍ਰਾਫ ਸਮੇਂ ਅਤੇ ਤਾਪਮਾਨ ਦੇ ਵਿੱਚ ਸੰਭਵ ਹਨ? ਤਰਕ ਨਾਲ ਆਪਣੇ ਉੱਤਰ ਦਿਓ। ਸਾਨੂੰ ਪੁੱਛਿਆ ਗਿਆ ਵੀ ਚਾਰਾਂ ਦੇ ਵਿੱਚੋਂ ਕਿਹੜੇ ਗ੍ਰਾਫ ਤਾਪਮਾਨ ਔਰ ਸਮੇਂ ਵਿੱਚ ਹੋ ਸਕਦੇ ਆ। ਦੇਖੋ ਬੇਟਾ ਪਹਿਲਾਂ ਗੱਲ ਨੂੰ ਧਿਆਨ ਨਾਲ ਸਮਝੀਏ। ਜਿਸ ਤਰ੍ਹਾਂ ਦੇਖੋ ਇਹ ਸਭ ਤੋਂ ਪਹਿਲਾ ਗ੍ਰਾਫ ਆ, ਤਾਂ ਦੇਖੋ ਬੇਟਾ ਇੱਧਰ ਨੂੰ ਐਕਸ ਤੁਰੇ ਤੇ ਸਮਾਂ ਲਿਆ। ਹੁਣ ਬੇਟਾ ਸਮਾਂ ਤਾਂ ਆਪਣੀ ਚਾਲ ਚੱਲਦਾ ਚਲਾ ਜਾਂਦਾ, ਘੜੀ ਚੱਲਦੀ ਚਲੀ ਜਾਂਦੀ ਆ, 8 9 10 ਇਸ ਤਰ੍ਹਾਂ ਸਮਾਂ ਅੱਗੇ ਨੂੰ। ਤਾਂ ਬੇਟਾ ਕੀ ਆ ਵੀ ਕਿਸੇ ਥਾਂ 'ਤੇ ਤਾਪਮਾਨ ਮਾਪਿਆ ਗਿਆ। ਆਹ ਗ੍ਰਾਫ ਬੇਟਾ ਜਿਹੜਾ ਉੱਪਰ ਨੂੰ ਜਾਂਦਾ, ਇਹਦਾ ਮਤਲਬ ਕੀ ਆ ਕਿ ਜਿਵੇਂ ਜਿਵੇਂ ਸਮਾਂ ਵਧੀ ਗਿਆ ਤਾਪਮਾਨ ਵੀ ਵਧੀ ਗਿਆ। ਬੇਟਾ ਇਸ ਤਰ੍ਹਾਂ ਹੋ ਸਕਦਾ ਜਿਵੇਂ ਸਵੇਰੇ ਤੜਕੇ ਥੋੜ੍ਹੀ ਠੰਡਕ ਹੁੰਦੀ ਆ ਗਰਮੀਆਂ ਵਿੱਚ, ਫਿਰ ਜਿਵੇਂ ਸੂਰਜ ਚੜ੍ਹਦਾ ਚਲਾ ਜਾਂਦਾ ਹੈ ਅਤੇ ਤਾਪਮਾਨ ਵੱਧਦਾ ਚਲਾ ਜਾਂਦਾ ਹੈ। ਇਸੇ ਤਰ੍ਹਾਂ ਬੇਟਾ ਜਿਹੜਾ ਅਗਲਾ ਗ੍ਰਾਫ ਆ, ਇਹ ਸਾਨੂੰ ਦੱਸਦਾ ਹੈ ਵੀ ਜਦੋਂ ਤਾਪਮਾਨ ਮਿਲਣਾ ਸ਼ੁਰੂ ਕੀਤਾ ਕਿਸੇ ਸਮੇਂ 'ਤੇ, ਮੰਨ ਲਓ ਜਿਵੇਂ ਦੁਪਹਿਰ ਤੋਂ ਬਾਅਦ, ਅਤੇ ਫਿਰ ਜਿਵੇਂ ਸਮਾਂ ਵੱਧਦਾ ਗਿਆ ਅਸੀਂ ਵੇਖਿਆ ਕਿ ਗ੍ਰਾਫ ਹੇਠਾਂ ਨੂੰ ਆਉਂਦਾ ਗਿਆ। ਤਾਂ ਬੇਟਾ ਗੱਲ ਸਹੀ ਆ, ਤਾਪਮਾਨ ਇਸ ਤਰ੍ਹਾਂ ਨਾਲ ਦੀ ਨਾਲ ਘੱਟ ਵੀ ਸਕਦਾ। ਜੇ ਇਸ ਤਰ੍ਹਾਂ ਸ਼ਾਮ ਤੱਕ ਜਾਂਦੇ ਤਾਪਮਾਨ ਘੱਟ ਜਾਂਦਾ। ਤਾਂ ਇਹਦਾ ਮਤਲਬ ਬੇਟਾ ਇਹ ਦੋਵੇਂ ਗ੍ਰਾਫ ਤਾਂ ਸੰਭਵ ਨੇ, ਸਮੇਂ ਅਤੇ ਤਾਪ ਦੇ ਵਿੱਚ ਹੋ ਸਕਦੇ ਆ। ਅੱਛਾ, ਇਹ ਗ੍ਰਾਫ ਆਪਾਂ ਵੇਖੀਏ ਬੇਟਾ, ਔਰ ਪਹਿਲਾਂ ਜਿਹੜਾ ਇਸ ਗ੍ਰਾਫ ਬਾਰੇ ਵੀ ਆਪਾਂ ਜਾਣਕਾਰੀ ਲੈ ਲਈਏ। ਦੇਖੋ ਬੇਟਾ ਇੱਥੇ ਕੀ ਆ ਕਿ ਲੀਕ ਇਸ ਤਰ੍ਹਾਂ ਲੇਟਵੀਂ ਆ। ਇਹ ਲੇਟਵੀਂ ਦਾ ਮਤਲਬ ਕੀ, ਪਹਿਲਾਂ ਧਿਆਨ ਨਾਲ ਵੇਖੀਏ ਆਪਾਂ ਬੇਟਾ। ਇਹਦਾ ਮਤਲਬ ਇਹ ਆ ਕਿ ਮੰਨ ਲਓ ਇੱਥੇ ਪਹਿਲਾ ਸਮਾਂ ਉਦੋਂ ਵੀ ਤਾਪਮਾਨ ਓਨਾ ਸੀ, ਦੂਜਾ ਸਮਾਂ ਉਦੋਂ ਵੀ ਓਨਾ ਸੀ, ਤੀਜਾ ਉਦੋਂ ਵੀ ਓਨਾ ਸੀ, ਭਾਵ ਕਿ ਤਾਪਮਾਨ ਇੱਕੋ ਜਿਹਾ ਰਿਹਾ। ਇਹ ਬੇਟਾ ਹੋ ਸਕਦਾ ਕੋਈ ਖਾਸ ਨਹੀਂ ਗੱਲ ਹੈਗੀ। ਜਿਸ ਤਰ੍ਹਾਂ ਕੋਈ ਫਰਿੱਜ ਆ ਜਾਂ ਕਿਤੇ ਏਅਰ ਕੰਡੀਸ਼ਨਰ ਲੱਗਾ ਜਾਂ ਕੁਛ ਆ, ਜਿੰਨੇ ਚਿਰ ਵਾਸਤੇ ਅਸੀਂ ਸਮਾਂ ਦੇ ਹਿਸਾਬ ਨਾਲ ਤਾਪਮਾਨ ਨੋਟ ਕੀਤਾ, ਅਸੀਂ ਵੇਖਿਆ ਤਾਪਮਾਨ ਇੱਕੋ ਜਿਹਾ ਰਿਹਾ। ਹੁਣ ਬੇਟਾ ਜਿਹੜਾ ਇਹ ਗ੍ਰਾਫ ਆ, ਇਹ ਵੀ ਸੰਭਵ ਆ ਸਮੇਂ ਔਰ ਤਾਪਮਾਨ ਦੇ ਵਿੱਚ। ਇੱਥੇ ਵੇਖੀਏ ਬੇਟਾ ਜਿਹੜਾ ਆਹ ਗ੍ਰਾਫ ਆ, ਇੱਥੇ ਦੇਖੋ ਬੇਟਾ ਕੀ ਗ੍ਰਾਫ ਵੇਖੀਏ ਪਹਿਲਾਂ ਵੀ ਇਹ ਸੰਭਵ ਹੀ ਹੈ ਕਿ ਨਹੀਂ। ਦੇਖੋ ਬੇਟਾ ਸਮਾਂ ਤਾਂ ਆਪਣਾ ਚੱਲਦਾ ਚਲਾ ਗਿਆ,
ਹੁਣ ਬੇਟਾ ਇੱਥੇ ਇਹ ਪਤਾ ਲੱਗਾ ਕਿ ਜਿਸ ਤਰ੍ਹਾਂ ਮੰਨ ਲਓ ਇੱਥੇ 1 ਵਜੇ ਹੋਵੇ 2 ਵਜੇ ਹੋਵੇ, ਇਹ ਗ੍ਰਾਫ ਇਹ ਦੱਸਦਾ ਪਿਆ ਵੀ 2 ਵਜੇ ਇੱਕਦਮ 0 ਤੋਂ ਲੈ ਕੇ ਤਾਪਮਾਨ ਇੰਨਾ ਹੋ ਗਿਆ। ਉਸ ਤੋਂ ਬਾਅਦ ਤਾਪਮਾਨ ਬਾਰੇ ਕੋਈ ਜਾਣਕਾਰੀ ਨਹੀਂ। ਬੇਟਾ ਇੰਜ ਕਿਵੇਂ ਹੋ ਸਕਦਾ? ਜਿਵੇਂ ਜਿਵੇਂ ਸਮਾਂ ਬੀਤੇਗਾ ਕੋਈ ਨਾ ਕੋਈ ਤਾਪਮਾਨ ਤਾਂ ਜ਼ਰੂਰ ਹੈਗਾ। ਇਹ ਗ੍ਰਾਫ ਇਹ ਕਹਿ ਰਿਹਾ ਹੈ ਕਿ ਸਾਨੂੰ 1 ਵਜੇ ਵੀ ਤਾਪਮਾਨ ਦਾ ਕੁਛ ਨਹੀਂ ਪਤਾ, ਪਰ 2 ਵਜੇ ਇੱਕਦਮ ਇਸ ਤਰ੍ਹਾਂ ਵੱਧ ਗਿਆ, 3 ਵਜੇ ਕੁਛ ਨਹੀਂ ਪਤਾ, 4। ਇਹ ਬੇਟਾ ਸਮੇਂ ਔਰ ਤਾਪਮਾਨ 'ਚ ਗ੍ਰਾਫ ਨਹੀਂ ਹੋ ਸਕਦਾ। ਇਹ ਕੋਈ ਗੱਲ ਮੇਲ ਨਹੀਂ ਖਾਂਦੀ। ਇਸ ਕਰਕੇ ਬੇਟਾ ਇਹ ਵਾਲਾ ਜਿਹੜਾ ਤੀਜਾ ਨੰਬਰ ਆ, ਇਹ ਗ੍ਰਾਫ ਜਿਹੜਾ ਸੰਭਵ ਨਹੀਂ ਗਾ। ਤਾਂ ਬੇਟਾ ਇਹਦੇ ਆਨਸਰ ਆਪਾਂ ਕਿਸ ਤਰ੍ਹਾਂ ਦੇਣੇ ਆ? ਅਗਰ ਤਾਂ ਬੇਟਾ ਟਿਕ ਵਾਲਾ ਕੁਐਸਚਨ ਆਨਸਰ ਹੋਣ ਤਾਂ ਸਿਰਫ ਅਸੀਂ ਤੀਜਾ ਦੱਸ ਦੇਣਾ ਹੈ ਕਿ ਤੀਜਾ ਜਿਹੜਾ ਆਨਸਰ ਆ ਉਹ ਸਹੀ ਆ। ਪਰ ਬੇਟਾ ਅਗਰ ਸਾਨੂੰ ਕਿਹਾ ਜਾਵੇ ਕਿ ਪੂਰੀ ਡਿਟੇਲ ਦਿਓ, ਫਿਰ ਬੇਟਾ ਅਸੀਂ ਇੰਝ ਲਿਖਣਾ ਹੈ ਕਿ ਪਹਿਲਾ ਵੀ ਗ੍ਰਾਫ ਸੰਭਵ ਹੈ, ਸਮੇਂ ਨਾਲ ਤਾਪਮਾਨ ਵੱਧ ਰਿਹਾ ਹੈ। ਦੂਸਰਾ ਗ੍ਰਾਫ ਸੰਭਵ ਹੈ, ਸਮੇਂ ਨਾਲ ਤਾਪਮਾਨ ਘਟ ਰਿਹਾ ਹੈ। ਤੀਸਰਾ ਗ੍ਰਾਫ ਸੰਭਵ ਨਹੀਂ ਹੈ, ਬਾਕੀ ਸਮੇਂ ਤਾਪਮਾਨ ਦੀ ਕੋਈ ਜਾਣਕਾਰੀ ਨਹੀਂ ਹੈ। ਇਹ ਸਾਰਾ ਕੁਝ ਅਸੀਂ ਲਿਖਣਾ। ਚੌਥਾ ਗ੍ਰਾਫ ਸੰਭਵ ਹੈ, ਸਮੇਂ ਦੇ ਨਾਲ ਤਾਪਮਾਨ ਸਥਿਰ ਰਹਿੰਦਾ ਹੈ। ਤਾਂ ਬੇਟਾ ਪੌਜ਼ ਕਰਕੇ ਸਾਰਾ ਕੁਝ ਨੋਟ ਕਰ ਲਓ। ਅੱਗੇ ਬੇਟਾ 5 ਨੰਬਰ ਜੋ ਸਾਡਾ ਕੁਐਸਚਨ ਆ, ਇਸ ਕੁਐਸਚਨ ਵਿੱਚ ਕੀ ਕਰਨਾ ਬੇਟਾ? ਅਸੀਂ ਰੇਖੀ ਗ੍ਰਾਫ ਬਣਾਉਣਾ ਔਰ ਸਾਨੂੰ ਇਹ ਵਾਲੀਆਂ ਚੀਜ਼ਾਂ ਦਿੱਤੀਆਂ ਨੇ ਕਿ ਵੱਖ-ਵੱਖ ਸਾਲਾਂ ਵਿੱਚ ਕਿਸੇ ਪਹਾੜੀ ਸ਼ਹਿਰ ਵਿੱਚ ਬਰਫ਼ ਪੈਣ ਦੇ ਦਿਨਾਂ ਦੀ ਸੰਖਿਆ। ਸਾਲ ਦਿੱਤਾ 2003, 2004, 2005, 2006 ਔਰ ਦੱਸਿਆ ਕਿ 8 ਦਿਨ ਬਰਫ਼ ਪਈ, 10 ਦਿਨ ਪਈ, 5 ਦਿਨ ਪਈ, 12 ਦਿਨ ਪਈ। ਇਹਦਾ ਬੇਟਾ ਅਸੀਂ ਗ੍ਰਾਫ ਬਣਾਉਣਾ। ਤਾਂ ਉਹ ਦੇਖੀਏ ਬੇਟਾ ਕਿਸ ਤਰ੍ਹਾਂ ਬਣਾਵਾਂਗੇ। ਤਾਂ ਇਹਦੇ ਲਈ ਬੇਟਾ ਅਸੀਂ ਇਸ ਤਰ੍ਹਾਂ, ਜਿਸ ਤਰ੍ਹਾਂ ਅਸੀਂ ਐਲ ਇਹ ਬਣਾਉਂਦੇ ਆ, ਐਕਸ ਧੁਰਾ, ਵਾਈ ਧੁਰਾ, ਇਹ ਬੇਟਾ ਅਸੀਂ ਲੈ ਲੈਣਾ। ਔਰ ਦੇਖੋ ਬੇਟਾ 2-2 ਡੱਬੀਆਂ ਛੱਡ ਕੇ, 1 2 1, ਫਿਰ 2 ਛੱਡ ਕੇ, ਫਿਰ 2 ਛੱਡ ਕੇ, ਫਿਰ 2 ਛੱਡ ਕੇ, 2003, 2004, 2005, 6 ਇਸ ਤਰ੍ਹਾਂ ਲਿਖ ਲੈਣਾ। ਇੱਧਰ ਬੇਟਾ ਇਸ ਤਰ੍ਹਾਂ ਲਿਖ ਦੇਣਾ ਸਾਲ। ਔਰ ਇੱਧਰ ਦਿਨ ਅਸੀਂ ਬੇਟਾ 2-2 ਡੱਬੀਆਂ, 2 ਇਕਾਈਆਂ ਛੱਡ ਕੇ 4, ਭਾਵ ਕਿ ਇੱਕ ਡੱਬੀ ਬੇਟਾ ਅਸੀਂ 2 ਦੀ ਲਈ। ਜੇ ਇਸ ਤਰ੍ਹਾਂ ਕਹਿ ਲਈਏ ਅਸੀਂ ਇੱਕ ਡੱਬੀ ਸਾਡੀ 2 ਦੀ ਹੈ, ਯਾਨੀ ਕਿ 2 ਛੱਡ ਕੇ 4, 8, 12, 16। ਔਰ ਬੇਟਾ ਅਸੀਂ ਇਹਨੂੰ ਸਮਝਣ ਵਾਸਤੇ ਇਸ ਤਰ੍ਹਾਂ ਲਿਆ ਸੀ, ਇਹ ਸਾਡਾ 2 ਆ, ਇਹ ਸਾਡਾ ਬੇਟਾ 6 ਆ, ਇਹ ਸਾਡਾ ਬੇਟਾ 10 ਆ, ਇਹ ਸਾਡਾ ਬੇਟਾ 14। ਇਸ ਤਰ੍ਹਾਂ ਅਸੀਂ ਇੱਕ ਜਿਹੜੀ ਇਕਾਈ ਆ ਉਹ 2 ਦੀ ਲਈ, 2 ਦਿਨ ਦੀ। ਤਾਂ ਬੇਟਾ ਇਹ ਵਾਲੀ ਚੀਜ਼ ਵੀਡੀਓ ਪੌਜ਼ ਕਰਕੇ ਤਿਆਰ ਕਰ ਲਓ। ਹੁਣ ਬੇਟਾ ਇਹ ਪੁਆਇੰਟ ਪਲੋਟ ਕਰਨੇ ਬੜੇ ਸੌਖੇ ਆ। 2003 ਦੇ ਸਾਹਮਣੇ 8, 4 ਦੇ ਸਾਹਮਣੇ 10, 5 ਦੇ ਸਾਹਮਣੇ ਇਹ ਵਾਲਾ, ਇਹ ਸਾਰੇ ਪਲੋਟ ਕਰੀਏ। ਤਾਂ ਇਹ ਬੇਟਾ ਸਾਰੇ ਪੁਆਇੰਟ ਪਲੋਟ ਕੀਤੇ। ਧਿਆਨ ਕਰੋ ਜਿਹੜਾ 2005 ਤੇ ਅਸੀਂ 5 ਪਲੋਟ ਕੀਤਾ, ਉਹ ਕਿਵੇਂ ਕੀਤਾ ਬੇਟਾ ਅਸੀਂ? ਦੇਖੋ ਗੌਰ ਕਰੋ। ਦੇਖੋ ਬੇਟਾ 4 ਤੇ 6 ਦੇ ਵਿਚਕਾਰ ਬਿਲਕੁਲ ਜਿਹੜੀ ਸੈਂਟਰ ਵਾਲੀ ਲਾਈਨ ਆ, ਇਹ 5 ਆ। ਤਾਂ ਇੱਥੇ ਅਸੀਂ 2005 ਤੋਂ ਉੱਪਰ ਆਏ ਔਰ ਬਿਲਕੁਲ ਬੇਟਾ ਜਿਹੜੀ ਸਿੱਧੀ ਲਾਈਨ ਆ ਦੇਖੋ 5 ਦੀ, ਕਿਉਂਕਿ ਬੇਟਾ ਅਸੀਂ 5 ਲਿਖਿਆ ਨਹੀਂ, ਸਾਨੂੰ ਪਤਾ ਹੀ ਇਹ 4 ਤੇ 6 ਦੇ ਵਿਚਕਾਰ ਕੀ ਹੈ 5। ਤਾਂ ਇਸ ਤਰ੍ਹਾਂ ਬੇਟਾ ਇਹ ਸਾਰੇ ਪੁਆਇੰਟ ਪਲੋਟ ਕਰਨੇ ਆ। ਔਰ ਬੇਟਾ ਮੁੜ ਕੇ ਇਹਨਾਂ ਨੂੰ ਅਸੀਂ ਇੱਕ ਲਾਈਨ ਗ੍ਰਾਫ, ਦੇਖੋ ਪਹਿਲੇ ਪੁਆਇੰਟ ਤੋਂ ਦੂਜੇ ਪੁਆਇੰਟ ਤੱਕ, ਇੱਥੇ ਨਿਰਦੇਸ਼ਾਂਕ ਇਹਨਾਂ ਦੇ ਲਿਖਣ ਦੀ ਜ਼ਰੂਰਤ ਨਹੀਂ। ਇਹ ਲਾਈਨ ਗ੍ਰਾਫ ਅਸੀਂ ਇਸ ਤਰ੍ਹਾਂ ਹੀ ਬਣਾਉਣਾ। ਆ ਦੇਖੋ ਇੱਥੋਂ ਤੱਕ ਆਏ, ਫਿਰ ਬੇਟਾ ਇਸ ਤਰ੍ਹਾਂ ਕਰਕੇ ਲਾਈਨ ਲਾਈ ਔਰ ਫਿਰ ਬੇਟਾ ਇਸ ਤਰ੍ਹਾਂ ਉੱਪਰ ਨੂੰ। ਤਾਂ ਬਹੁਤ ਹੀ ਸੋਹਣਾ ਬੇਟਾ ਇਹ ਗ੍ਰਾਫ ਬਣਿਆ ਸਾਡੇ ਕੋਲ। ਔਰ ਦੇਖੋ ਬੇਟਾ ਕਿੰਨੀ ਸ਼ਾਨਦਾਰ ਸਾਨੂੰ ਜਾਣਕਾਰੀ ਦੇ ਰਿਹਾ। ਦੇਖੋ ਇੱਕ ਗ੍ਰਾਫ ਕਿਵੇਂ ਜਾਣਕਾਰੀ ਦੇ ਰਿਹਾ ਕਿ 2 ਤੋਂ 4 ਤੱਕ ਬਰਫ਼ਬਾਰੀ ਵਧੀ, ਫਿਰ ਇੱਕਦਮ ਘਟ ਗਈ ਔਰ ਫਿਰ ਵਧੀ। ਕਿੰਨਾ ਵਧੀਆ ਗ੍ਰਾਫ ਬੇਟਾ ਬਣਿਆ। ਤਾਂ ਇਸ ਤਰ੍ਹਾਂ ਇਸ ਗ੍ਰਾਫ ਨੂੰ ਤੁਸੀਂ ਪਲੋਟ ਕਰ ਲਓ। ਔਰ ਬੇਟਾ ਦੂਜੇ ਪਾਸੇ ਟੇਬਲ ਅਸੀਂ ਸਿਰਫ ਇੰਨਾ ਲਿਖਾਂਗੇ, ਇੱਥੇ ਕੋਈ ਨਿਰਦੇਸ਼ਾਂਕ ਲਿਖਣ ਦੀ ਜ਼ਰੂਰਤ ਨਹੀਂ। ਸਾਲ ਦੇ ਨਾਲ ਹੀ ਐਕਸ ਪਾ ਲੈਣਾ, ਦਿਨ ਦੇ ਨਾਲ ਵਾਈ। ਇਹ ਵੀ ਬੇਟਾ ਵੀਡੀਓ ਪੌਜ਼ ਕਰਕੇ ਇਹਨੂੰ ਤੁਸੀਂ ਤਾਰ ਲਓ। ਤਾਂ ਬੇਟਾ ਹੁਣ ਪੰਜਵੇਂ ਦਾ ਜਿਹੜਾ ਬੀ ਆ, ਵੱਖ-ਵੱਖ ਸਾਲਾਂ ਵਿੱਚ ਇੱਕ ਪਿੰਡ ਵਿੱਚ ਪੁਰਸ਼ਾਂ ਅਤੇ ਇਸਤਰੀਆਂ ਦੀ ਸੰਖਿਆ ਹਜ਼ਾਰਾਂ ਵਿੱਚ। ਇਹ ਬੇਟਾ ਇਸ ਤਰ੍ਹਾਂ ਟੇਬਲ ਬਣਿਆ, ਸਾਲ 3, 4, 5, 6 ਇਸ ਤਰ੍ਹਾਂ 7 ਤੱਕ। ਪੁਰਸ਼ਾਂ ਦੀ ਸੰਖਿਆ 12, 12.5, 13, 13.2, 13.5 ਇਸ ਤਰ੍ਹਾਂ ਇਸਤਰੀਆਂ ਦੀ ਸੰਖਿਆ। ਇਹ ਬੇਟਾ ਦੋਵੇਂ ਗ੍ਰਾਫ ਬਣਾਉਣੇ ਅਸੀਂ। ਇਹਦੇ ਵਾਸਤੇ ਅਸੀਂ ਕੀ ਕਰਾਂਗੇ? ਉਸੇ ਤਰ੍ਹਾਂ ਬੇਟਾ ਅਸੀਂ ਐਲ ਤਿਆਰ ਕੀਤੀ। ਹੇਠਾਂ ਬੇਟਾ 2 ਡੱਬੀਆਂ 'ਤੇ ਇੱਕ ਸਾਲ ਅਸੀਂ ਲਿਆ 2003, ਫਿਰ 2 ਡੱਬੀਆਂ 'ਤੇ 4, ਫਿਰ 2 ਡੱਬੀਆਂ 'ਤੇ 5। ਇਸ ਤਰ੍ਹਾਂ ਕਰਕੇ ਅਸੀਂ ਇਹ ਬੇਟਾ ਸਕੇਲ ਸੈੱਟ ਕੀਤੀ ਹੈ। ਔਰ ਨੀਚੇ ਇੱਧਰ ਲਿਖ ਲਿਆ ਸਾਲ। ਇੱਧਰਲੇ ਪਾਸੇ ਬੇਟਾ ਸੰਖਿਆ ਲਿਖ ਕੇ ਜਿਹੜੀ ਇੱਕ ਡੱਬੀ ਅਸੀਂ 2 ਦੀ ਲਈ, ਜਿਹੜੀ ਇੱਕ ਇਕਾਈ 2, 4, 6, 8 ਇਸ ਤਰ੍ਹਾਂ ਬੇਟਾ ਇਹ ਆਪਾਂ ਪਹਿਲਾਂ ਸਕੇਲ ਤਿਆਰ ਕਰਨੀ ਆ। ਹੁਣ ਬੇਟਾ ਇੱਥੇ ਇੱਕ ਗੱਲ ਧਿਆਨ ਨਾਲ ਸਮਝ ਗਏ, ਜਿਹੜੀ ਅਸੀਂ ਪਹਿਲੀ ਡੱਬੀ 2 ਦੀ ਲਈ ਆ
ਤਾਂ ਆਪਾਂ ਨੂੰ ਪਤਾ ਹਰ ਡੱਬੀ ਵਿੱਚ 10 ਹਿੱਸੇ ਹੁੰਦੇ ਆ। ਤਾਂ ਆਹ ਜਿਹੜੀ ਇੱਕ ਬਰੀਕ ਲਾਈਨ ਬੇਟਾ ਸਾਨੂੰ ਨਜ਼ਰ ਆ ਰਹੀ ਜਿਹੜੀ ਪਹਿਲੀ ਬਰੀਕ, ਇਹਦਾ ਮੁੱਲ ਕਿੰਨਾ ਆਏਗਾ? ਦੇਖੋ ਉਂਝ ਇੱਥੋਂ ਤੱਕ 1 ਬਣਦਾ ਡੱਬੀ, ਜੇ ਸਾਰੀ ਡੱਬੀ 2 ਦੀ ਆ, ਇੱਥੋਂ ਤੱਕ ਸਾਡੇ ਕੋਲ 1 ਬਣਦਾ। ਤਾਂ ਬੇਟਾ ਦੇਖੀ ਜਿਹੜੀ ਇੱਕ ਲਾਈਨ ਆ ਉਹਦੀ ਕੀਮਤ ਕਿੰਨੀ ਆ? ਦੇਖੋ ਇਹਦਾ ਆਪਾਂ ਬੇਟਾ ਤਰੀਕਾ ਲੱਭਿਆ ਸੀ ਕਿ ਅਸੀਂ 10 ਲਾਈਨਾਂ ਦਾ ਮੁੱਲ 2 ਰੱਖਿਆ। 10 ਲਾਈਨਾਂ ਦਾ ਮੁੱਲ ਕਿੰਨਾ ਰੱਖਿਆ? 2। ਅਤੇ ਫਿਰ ਬੇਟਾ ਜੇ ਅਸੀਂ ਇੱਕ ਲਾਈਨ ਦੀ ਗੱਲ ਕਰੀਏ, ਦੇਖੋ ਅਸੀਂ 10 ਲਾਈਨਾਂ ਦਾ ਮੁੱਲ ਰੱਖਿਆ 2। ਤਾਂ ਬੇਟਾ ਫਿਰ ਇੱਕ ਲਾਈਨ ਦਾ ਮੁੱਲ ਕਿੰਨਾ ਬਣੇਗਾ? ਉਹ ਬਣੇਗਾ ਬੇਟਾ 2/10, ਭਾਵ ਕਿ ਸਾਡੇ ਕੋਲ ਬੇਟਾ 0.2 ਉਹ ਇੱਕ ਲਾਈਨ ਦਾ ਮੁੱਲ ਆ। ਦੇਖੋ ਜਿਸ ਤਰ੍ਹਾਂ ਅਸੀਂ ਇਸ ਤਰ੍ਹਾਂ ਅਸੀਂ ਵੱਡਾ ਕਰਕੇ ਦੇਖੀਏ, ਡੱਬੀ ਬਣਾਈ ਇਸ ਤਰ੍ਹਾਂ, ਦੇਖੋ ਬੇਟਾ ਸਾਡੇ ਕੋਲ ਆ ਇੱਥੇ 1 ਆ, ਇੱਥੇ 0, ਇੱਥੇ 2 ਆ। ਜਿਹੜੀ ਇੱਕ ਡੱਬੀ ਸਾਡੇ ਕੋਲ 2 ਦੀ ਆ। ਹੁਣ ਤੁਸੀਂ ਦੇਖੋ ਇਹਦੇ ਵਿੱਚ 1 2 3 4, ਫਿਰ ਇਹ ਅੱਧ ਵਾਲੀ ਲਾਈਨ ਆਉਂਦੀ ਆ। ਫਿਰ ਉਸ ਤੋਂ ਬਾਅਦ ਅਗਰ ਬੇਟਾ ਇੱਥੋਂ ਤੱਕ ਅਸੀਂ 1 ਕਰਨਾ ਹੈ ਤਾਂ 0.2 ਦੀ 0.2 0.4 0.6 0.8 ਅਤੇ ਫਿਰ 1 ਬਣ ਜਾਏਗਾ, ਭਾਵ ਕਿ ਆਹ ਸਾਡੀ 0.2, ਆਹ ਸਾਡੀ 0.4, ਆਹ ਸਾਡੀ 0.6, ਆਹ ਸਾਡੀ 0.8, ਫਿਰ ਆਹ 1.0, ਫਿਰ ਅੱਗੇ ਬੇਟਾ 1.2 1.4 1.6 1.8 ਅਤੇ 2 ਤੱਕ ਪਹੁੰਚ ਗਏ, ਭਾਵ ਜਿਹੜੀ ਸਾਡੀ ਬੇਟਾ ਇੱਕ ਲਾਈਨ ਆ ਉਹ 0.2 ਆ। ਅਗਰ ਮੰਨ ਲਓ ਬੇਟਾ ਆਹ ਸਾਡੀ ਇੱਥੇ 4 ਵਾਲੀ ਡੱਬੀ ਆ, ਅਸੀਂ ਪਲੋਟ ਕਰਨਾ 4.6, 0.2 ਦੀ ਪਹਿਲੀ ਲਾਈਨ, ਅਗਲੀ 4, ਅਗਲੀ 6, ਫਿਰ ਇੱਥੇ ਅਸੀਂ ਪੁਆਇੰਟ ਪਲੋਟ ਕਰਾਂਗੇ। ਤਾਂ ਇਸ ਚੀਜ਼ ਨੂੰ ਬੇਟਾ ਅਸੀਂ ਧਿਆਨ 'ਚ ਰੱਖਣਾ। ਤਾਂ ਦੇਖੀਏ ਅਸੀਂ ਕਿਹੜੇ ਕਿਹੜੇ ਪੁਆਇੰਟ ਪਲੋਟ ਕਰਨੇ ਨੇ। ਤਾਂ ਦੇਖੋ ਬੇਟਾ ਜਿਹੜਾ 12 ਹੈ ਉਹ ਤਾਂ ਸਿੱਧਾ ਹੀ ਪਲੋਟ ਹੋ ਜਾਏਗਾ 2003 'ਤੇ। 11.3 ਕਿੱਥੇ ਪਲੋਟ ਕਰਾਂਗੇ, ਇਹਨੂੰ ਧਿਆਨ ਕਰੀਏ ਆਪਾਂ। ਤਾਂ ਦੇਖੋ ਬੇਟਾ 10 ਅਤੇ 12 ਦੇ ਵਿਚਕਾਰ ਹੈਗਾ ਸਾਡੇ ਕੋਲ 11। ਜਿਹੜੀ 11 ਤੋਂ ਬਾਅਦ ਬੇਟਾ ਇਹ ਪਹਿਲੀ ਲਕੀਰ ਆ, ਇਹ ਹੈਗੀ 11.2, ਅਗਲੀ ਚਲੀ ਜਾਂਦੀ ਹੈ 11.4। ਤਾਂ ਇਹਦਾ ਮਤਲਬ ਜਿਹੜਾ ਵਿਚਕਾਰਲਾ ਚਿੱਟਾ ਥਾਂ ਹੈ, ਇਹ ਬੇਟਾ ਨੋਟ ਕਰਨਾ ਤੁਸੀਂ ਸਾਰੇ ਬੱਚਿਆਂ ਨੇ ਕਿ 10 ਔਰ 12 ਦੇ ਵਿਚਕਾਰ ਇਹ 11 ਹੈ, ਆਹ ਜਿਹੜਾ ਇੱਥੇ। ਉਸ ਤੋਂ ਬਾਅਦ ਬਰੀਕ ਲਕੀਰ ਹੋ ਗਈ 11.2, ਅਗਲੀ 11.4, ਇਹਦੇ ਵਿਚਕਾਰ ਜਿਹੜਾ ਚਿੱਟਾ ਥਾਂ ਹੈ ਉਹਦੇ ਵਿੱਚ ਬੇਟਾ ਅਸੀਂ ਪੁਆਇੰਟ ਲਾਵਾਂਗੇ, ਇਹ ਧਿਆਨ ਕਰਨਾ। ਤਾਂ ਬੇਟਾ ਨੋਟ ਕਰੋ 12 ਦਾ ਪੁਆਇੰਟ ਤੋਂ ਉਹਦੇ ਸਾਹਮਣੇ ਲੱਗ ਗਿਆ। ਹੁਣ ਜਿਹੜਾ ਮੈਂ 11.3 ਲਾਵਾਂਗਾ, ਦੇਖੋ ਆਹ ਵਾਲਾ ਹੋ ਗਿਆ 11, ਅਗਲੀ ਲਕੀਰ 11.2, ਅਗਲੀ 11.4, ਇਹਦੇ ਵਿਚਕਾਰ ਮੈਂ ਇੱਥੇ ਪੁਆਇੰਟ ਲਾਇਆ। ਇੰਜ ਕਰਕੇ ਸਾਡਾ ਪੁਆਇੰਟ ਲੱਗੇਗਾ। ਧਿਆਨ ਕਰੋ ਸਾਰੇ ਬੱਚੇ ਔਰ ਇਸ ਤਰ੍ਹਾਂ ਲਗਾਓ। ਇਹਨੂੰ ਬੇਟਾ ਦੁਬਾਰਾ ਦੇਖ ਲਓ, ਸਾਡਾ ਇੱਥੇ 11 ਆਉਂਦਾ, 11.2 11.4, ਪਰ ਇਹਦੇ ਵਿਚਕਾਰ ਜੋ ਇਹ ਜਗ੍ਹਾ ਹੈ, ਬਿਲਕੁਲ ਜਿਹੜਾ ਵਿਚਕਾਰਲਾ ਥਾਂ ਹੈ, ਉੱਥੇ ਅਸੀਂ ਪੁਆਇੰਟ ਲਾਉਣਾ। ਪੈਨਸਲ ਬਰੀਕ ਨਾਲ ਪੁਆਇੰਟ ਲੱਗੇਗਾ। ਤਾਂ ਦੇਖੋ ਬੇਟਾ 2004 ਦੇ ਲਈ ਪੁਆਇੰਟ ਮੈਂ ਲਾਏ ਨੇ, ਉਹ ਲਾਏ ਨੇ 12.5। ਆ ਦੇਖੋ ਬੇਟਾ 12.2 12.4 12.6, ਉਹਦੇ ਵਿਚਕਾਰ 12.5 ਦਾ। ਫਿਰ ਅੱਗੇ ਅਸੀਂ ਲਾਇਆ ਇਹ 11.9 ਦਾ। ਤਾਂ ਇਹ ਬੇਟਾ ਲਾਈਨ 11 ਦੀ ਸੀ, 2 4 6 8 10 ਦੇ ਵਿਚਕਾਰ ਇਹ ਪੁਆਇੰਟ ਲੱਗਾ। ਫਿਰ ਇਸੇ ਤਰ੍ਹਾਂ ਬੇਟਾ 2005 ਦੇ ਦੋਵੇਂ ਪੁਆਇੰਟ ਸਾਂਝੇ ਨੇ 13 ਅਤੇ 2006 ਦੇ ਇਸ ਤਰ੍ਹਾਂ ਪੁਆਇੰਟ ਲੱਗਣਗੇ। ਦੇਖੋ ਧਿਆਨ ਕਰੋ 2006 ਦੇ ਯਾਨੀ ਕਿ ਉੱਪਰਲੀ ਲਕੀਰ ਤੋਂ ਥੱਲੇ ਇਸ ਤਰ੍ਹਾਂ ਬਿਲਕੁਲ ਲਾਈਨ ਦੇ ਉੱਤੇ। ਫਿਰ ਆਹ ਵਾਲਾ ਜਿਹੜਾ ਪੁਆਇੰਟ ਆ ਬਿਲਕੁਲ ਇਹ ਵੀ ਲਾਈਨ ਦੇ ਉੱਤੇ, ਕਿਉਂਕਿ 13.2 13.6। ਔਰ ਫਿਰ ਬੇਟਾ ਅੱਗੇ 13.5 ਆ, ਉਹ ਇਸ ਤਰ੍ਹਾਂ ਲੱਗੇਗਾ 13.5 ਇਹਨਾਂ ਦੋਨਾਂ ਦੇ ਵਿਚਕਾਰ, ਔਰ ਇਸ ਤਰ੍ਹਾਂ ਕਰਕੇ 12.8। ਇਸ ਤਰ੍ਹਾਂ ਬੇਟਾ ਇਹ ਗਰਾਫ ਅਸੀਂ ਇਹਨੂੰ ਕੰਪਲੀਟ ਕਰ ਲੈਣਾ। ਔਰ ਧਿਆਨ ਕਰਨਾ ਬੇਟਾ ਇੱਥੇ 2 ਗਰਾਫ ਆ, ਇੱਕ ਨੂੰ ਅਸੀਂ ਦਾਣੇਦਾਰ ਵਿਖਾ ਦੇਵਾਂਗੇ, ਇੱਕ ਨੂੰ ਗੂੜੀ ਲਾਈਨ ਨਾਲ ਵਿਖਾ ਦੇਵਾਂਗੇ। ਅਤੇ ਅਸੀਂ ਕੀ ਕਰਦੇ ਹਾਂ, ਜਿਹੜਾ ਪੁਰਸ਼ਾਂ ਵਾਲਾ ਗੂੜੀ ਲਾਈਨ ਦੇ ਨਾਲ ਔਰ ਇਸਤਰੀਆਂ ਵਾਲਾ ਦਾਣੇਦਾਰ ਲਾਈਨ ਨਾਲ। ਇਹ ਦੇਖੋ ਬੇਟਾ ਜਿਹੜਾ ਇਸਤਰੀਆਂ ਦਾ ਇਹ ਦਾਣੇਦਾਰ ਅਸੀਂ ਇਸ ਤਰ੍ਹਾਂ ਗਰਾਫ ਲਗਾਇਆ, ਦਾਣੇਦਾਰ ਪਹਿਲਾਂ ਇੱਥੇ ਆ ਗਿਆ, ਇੱਥੇ ਪੁਰਸ਼ਾਂ ਵਾਲੇ ਤੋਂ ਉੱਪਰ ਚਲਾ ਗਿਆ, ਫਿਰ ਨੀਚੇ ਆ ਗਿਆ। ਇਹਨੂੰ ਬੇਟਾ ਵੀਡੀਓ ਪੌਜ਼ ਕਰਕੇ ਤੁਸੀਂ ਇਹਨੂੰ ਧਿਆਨ ਨਾਲ ਵੇਖ ਸਕਦੇ ਹੋ। ਔਰ ਇਸ ਤਰ੍ਹਾਂ ਬੇਟਾ ਅਸੀਂ ਪੁਰਸ਼ਾਂ ਵਾਲੀ ਸੋਲਿਡ ਲਾਈਨ, ਗੂੜੀ ਲਾਈਨ, ਸਿੱਧੀ ਲਾਈਨ ਮਿਲਾ ਦੇਣੀ ਆ, ਔਰ ਇੰਜ ਦਰਸਾ ਦੇਣਾ ਵੀ ਪੁਰਸ਼ ਔਰ ਇਸਤਰੀਆਂ।